ਪਿਆਰੇ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕ ਚੈਨਲ 'ਤੇ। ਮੈਂ ਪ੍ਰੋਫੈਸਰ ਰੁਪਿੰਦਰਪਾਲ ਸਿੰਘ, BA ਭਾਗ 1, BSc 1, BCom 1 ਲਾਜ਼ਮੀ ਪੰਜਾਬੀ ਦਾ ਜੋ ਆਪਣਾ ਨਿਬੰਧ ਹੈ, ਪੰਜਾਬੀ ਲੋਕ ਗਾਇਕੀ ਦੇ 4 ਥੰਮ। ਇਸ ਟੌਪਿਕ ਨੂੰ ਲਿਖਿਆ ਜੋ ਨਿੰਦਰ ਗੁਗਿਆਨਵੀ ਨੇ ਹੈ। ਆਪਾਂ ਇਸ ਨਿਬੰਧ ਬਾਰੇ ਚਰਚਾ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਆਪਾਂ ਲੇਖਕ ਦੇ ਨਾਲ ਥੋੜ੍ਹਾ ਜਿਹਾ ਰੂਬਰੂ ਹੋ ਲਈਏ। ਨਿੰਦਰ ਗੁਗਿਆਨਵੀ ਦਾ ਜੋ ਜਨਮ ਹੈ 15 ਮਾਰਚ 1975 ਨੂੰ ਪਿੰਡ ਘੁਗਿਆਣਾ, ਜ਼ਿਲ੍ਹਾ ਫਰੀਦਕੋਟ ਦੇ ਵਿੱਚ ਹੋਇਆ ਸੀ। ਮਾਤਾ ਦਾ ਨਾਮ ਰੂਪ ਰਾਣੀ ਅਤੇ ਪਿਤਾ ਰੋਸ਼ਨ ਲਾਲ ਸੀਗੇ। ਵਿਦਿਅਕ ਦੀ ਯੋਗਤਾ ਜੇ ਕਿੱਤੇ ਦੀ ਗੱਲ ਕਰੀਏ ਤਾਂ ਇਹਨਾਂ ਲੇਖਣੀ ਸੀ। ਇਹਨਾਂ ਨੇ ਲੇਖਕ ਦੇ ਤੌਰ 'ਤੇ ਜੋ ਪੰਜਾਬੀ ਸਾਹਿਤ ਨੂੰ ਐਡਾ ਵੱਡਾ ਭਰਪੂਰ ਖਜ਼ਾਨਾ ਦਿੱਤਾ ਹੈ ਕਿ ਬਹੁਤ ਆਪਾਂ ਕਹਿੰਦੇ ਹਾਂ ਭਰਪੂਰ ਖਜ਼ਾਨਾ ਇਹ ਦੇਣ ਇਹਨਾਂ ਦੀ ਜਿਹੜੀ ਹੈ, ਜਿਸ ਨੂੰ ਯਾਦ ਕੀਤਾ ਜਾਏਗਾ ਹਮੇਸ਼ਾ ਹੀ। ਜੇ ਇਹਨਾਂ ਦੀਆਂ ਆਪਾਂ ਰਚਨਾਵਾਂ ਜਾਂ ਪ੍ਰਕਾਸ਼ਨਾਵਾਂ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੋਦਾ ਅਰਦਲੀ 1997 ਵਿੱਚ, ਨਾਵਲੇਟ ਗੁਰਚਰਨ ਵਿਰਕ ਦਾ ਗੀਤ ਸੰਸਾਰ 1999, ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀਵਨ ਅਤੇ ਰਚਨਾ 2000, ਮੈਂ ਸਾਂ ਜੱਜ ਦਾ ਆਰਦਲੀ 2001, ਸ਼ਾਨ ਪੰਜਾਬ ਦੀ 2001 ਸ਼ਬਦ ਚਿੱਤਰ ਹੈ, ਸੱਚੇ ਦਿਲੋਂ 2002 ਲੇਖ ਸੰਗ੍ਰਹਿ, ਗੇੜਾ ਕੈਨੇਡਾ ਦਾ 2002, ਤੁੰਬੀ ਦੇ ਵਾਰਿਸ 1994, ਅਮਰ ਆਵਾਜ਼ 1997, ਜੀਵਨੀ ਤੇ ਕਲਾ, ਜਮਲਾ ਜੱਟ ਕੁੱਲੀ ਵਾਲਾ ਫਕੀਰ 1998, ਜੀਵਨੀ ਪੂਨਸ਼ਾ ਕੋਟੀ, ਲੋਕ ਗੀਤ ਵਰਗਾ ਹੰਸ 1999, ਹੰਸ ਰਾਜ ਹੰਸ ਬਾਰੇ, ਸਰਦਾਰ ਜਗਦੇਵ ਸਿੰਘ ਜੱਸੋਵਾਲ ਜੀਵਨ ਅਤੇ ਸ਼ਖਸੀਅਤ 2000, ਸ਼ਰਧਾਂਜਲੀ ਡਾਕਟਰ ਸੰਜੇ ਬਲਰਾਜ 1999, ਵੱਡਮੁੱਲਾ ਪਾਰਸ 2001, ਕਰਨੈਲ ਸਿੰਘ ਪਾਰਸ ਬਾਰੇ ਇਤਿਹਾਸ ਦੇ ਖਾਲੀ ਪੰਨੇ 2000 ਦੇ ਵਿੱਚ ਪੂਰੇ ਸਾਲ ਦੇ ਵਿੱਚ ਅਨੁਵਾਦ ਕੀਤਾ ਇਹਨੂੰ ਫੁਟਕਲ ਹਿੰਦੀ ਕਹਾਣੀਆਂ ਦਾ। ਸ਼ਹੀਦੇ ਆਜ਼ਮ ਭਗਤ ਸਿੰਘ 2002 ਅਨੁਵਾਦ ਸਵੈ ਸਾਚੀ ਦੀ ਹਿੰਦੀ ਪੁਸਤਕ ਦਾ। ਸੁਰਾਂ ਦੇ ਪੰਜਾਰੀ 2003 ਅਨੁਵਾਦ ਸ਼ੰਭੂ ਨਾਥ ਮਿਸਰ ਦੀ ਹਿੰਦੀ ਪੁਸਤਕ ਦਾ। ਤਾਂ ਸੋ ਕਹਿਣ ਦਾ ਭਾਵੇਂ ਭਰਪੂਰ ਰਚਨਾਵਾਂ ਜਿਹੜੀਆਂ ਹੈਗੀਆਂ ਨੇ ਆਪਣੇ ਨਿੰਦਰ ਘੁਗਿਆਨਵੀ ਨੇ ਪੰਜਾਬੀ ਸਾਹਿਤ ਨੂੰ ਦਿੱਤੀਆਂ ਨੇ, ਜਿਨ੍ਹਾਂ ਇਹਨਾਂ ਰਚਨਾਵਾਂ ਦੇ ਸਦਕਾ ਹੀ ਇਹਨਾਂ ਦਾ ਇੱਕ ਸਿਰ ਕੱਢ, ਇੱਕ ਮਹਾਨ ਕਹਿ ਲਈਏ ਇੱਕ ਸਾਹਿਤਕਾਰ ਦੇ ਵਜੋਂ, ਇੱਕ ਲੇਖਕ ਦੇ ਵਜੋਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਹਮੇਸ਼ਾ ਹੀ ਪੜ੍ਹਿਆ ਜਾ ਰਿਹਾ ਹੈ ਔਰ ਪੜ੍ਹਦੇ ਰਹਿਣਗੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਨੂੰ ਯਾਦ ਕੀਤਾ ਜਾਏਗਾ। ਸੋ ਜੋ ਆਪਾਂ ਇਹਨਾਂ ਦਾ ਜੇ ਵਿਸ਼ਾ ਜਿਹੜਾ ਇਹਨਾਂ ਨੇ ਲਿਆ ਕਿ ਪੰਜਾਬੀ ਲੋਕ ਗਾਇਕੀ ਦੇ 4 ਥੰਮ, ਤਾਂ ਲੋਕ ਗਾਇਕ ਕੀ ਹੁੰਦਾ? ਪਹਿਲਾਂ ਆਪਾਂ ਇਸ ਬਾਰੇ ਥੋੜ੍ਹਾ ਜਿਹਾ ਸਮਝੀਏ। ਲੋਕ ਗਾਇਕ ਅਸਲ ਵਿੱਚ ਲੋਕਾਂ ਦੇ ਦਿਲਾਂ ਦਾ ਬਾਦਸ਼ਾਹ ਹੁੰਦਾ ਹੈ। ਮਨ ਨੂੰ ਮੋਹਿਤ ਕਰਨ ਵਾਲੀ ਆਵਾਜ਼ ਨੂੰ ਜਦੋਂ ਸੁਰਾਂ ਸੰਗ ਸਮੇਲ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਸਰੋਤੇ ਅਸ਼ ਕਰ ਉੱਠਦੇ ਹਨ। ਅਜਿਹੀ ਮੰਤਰ ਮੁਗਧ ਅਵਸਥਾ 'ਚ ਉਹਨਾਂ ਦਾ ਰੋਮ ਰੋਮ ਕਾਵ ਰਸ ਨਾਲ ਗੜੁੱਚ ਹੋ ਜਾਂਦਾ ਹੈ। ਸਮੇਂ ਸਥਾਨ ਤੋਂ ਮੁਕਤ ਗਾਇਕ ਤੇ ਸਰੋਤੇ ਦੀ ਜਿਹੜੀ ਅਗੰਮੀ ਸਾਂਝ ਸਥਾਪਿਤ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਇੱਕ ਜਿਹੜਾ ਗਾਇਕ ਹੈ ਉਹ ਆਪਣੇ ਸਰੋਤਿਆਂ ਦੇ ਨਾਲ ਧੁਰ ਅੰਦਰੋਂ ਜੁੜ ਜਾਂਦਾ ਹੈ, ਮਾਨਸਿਕ ਪੱਖ ਤੋਂ ਜੁੜ ਜਾਂਦਾ ਹੈ। ਉਹਨਾਂ ਦੇ ਗਵਾਂ, ਉਹਨਾਂ ਦੇ ਸੁੱਖਾਂ, ਉਹਨਾਂ ਦੀ ਹਰ ਚੀਜ਼ ਵਿੱਚ, ਦੁੱਖ ਸੁੱਖ ਵਿੱਚ ਸਹਾਈ ਹੁੰਦਾ ਹੈ ਇੱਕ ਗਾਇਕ। ਤਾਂ ਸੋ ਇਹਨਾਂ ਗਾਇਕਾਂ ਬਾਰੇ ਜੋ ਗੱਲ ਕਰਦੇ ਨੇ ਉਹ ਆਪਾਂ ਵਿਸਥਾਰ ਵਿੱਚ ਇਹਦੇ ਬਾਰੇ ਪੜ੍ਹਦੇ ਹਾਂ। ਪੰਜਾਬੀ ਸਮਾਜ ਅਤੇ ਸੱਭਿਆਚਾਰ ਵਿੱਚ ਲੋਕ ਗਾਇਕੀ ਦੀ ਪਰੰਪਰਾ ਬੜੀ ਹੀ ਅਮੀਰ ਅਤੇ ਵੰਨ ਸੁਵੰਨਤਾ ਭਰਪੂਰ ਹੈ। 19ਵੀਂ ਸਦੀ ਦੇ ਤੱਕ ਕਿੱਸਾਕਾਰ ਜਾਤੀਆਂ ਦੇ ਲੋਕ ਗਾਇਕ ਜਾਂ ਰਾਗੀ ਢਾਡੀ ਹੀ ਗਾਇਨ ਦੇ ਖੇਤਰ ਨਾਲ ਸੰਬੰਧਿਤ ਸਨ, ਪਰੰਤੂ 20ਵੀਂ ਸਦੀ ਵਿੱਚ ਗਾਇਨ ਕਲਾ ਦੇ ਖੇਤਰ ਨਾਲ ਬਹੁਤ ਸਾਰੇ ਹੋਰ ਵਰਗਾਂ ਦੇ ਲੋਕ ਵੀ ਜੁੜਨ ਲੱਗ ਪਏ। ਲੋਕ ਕਿੱਸਿਆਂ ਦੇ ਵਾਰਾਂ ਦੇ ਨਾਲ ਨਾਲ ਗੀਤ ਵੀ ਗਾਏ ਜਾਣ ਲੱਗੇ। ਪੰਜਾਬੀ ਸਾਹਿਤ ਦੇ ਪਿੜ ਵਿੱਚ ਨਾਵਲ, ਨਾਟਕ, ਕਵਿਤਾ ਅਤੇ ਕਹਾਣੀ ਦੇ ਨਾਲ ਨਾਲ ਗੀਤ ਵੀ ਲਿਖੇ ਜਾਣ ਲੱਗ ਪਏ। ਬਾਬੂ ਫਿਰੋਜ਼ਦੀਨ ਸ਼ਰਫ, ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤਰੀ, ਕਰਤਾਰ ਸਿੰਘ, ਵਿਧਾਤਾ ਸਿੰਘ ਧੀਰ, ਸੁੰਦਰ ਦਾਸ ਆਸੀ ਵਰਗੇ ਗੀਤਕਾਰਾਂ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾ ਲਈ। ਇਹਨਾਂ ਕਵੀਆਂ ਦੇ ਗੀਤਾਂ ਦੇ ਵਿਸ਼ੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਵਿੱਚ ਆ ਰਹੀਆਂ ਤਬਦੀਲੀਆਂ ਨਾਲ ਸੰਬੰਧਿਤ ਸਨ ਅਤੇ ਪੰਜਾਬੀ ਲੋਕਾਂ ਦੇ ਵਲਵਲਿਆਂ ਅਤੇ ਅਰਮਾਨਾਂ ਦੀ ਭਰਪੂਰ ਪੇਸ਼ਕਾਰੀ ਕਰਦੇ ਸਨ। ਇਹੋ ਕਾਰਨ ਹੈ ਕਿ ਬਹੁਤ ਛੇਤੀ ਹੀ ਪਾਠਕਾਂ ਅਤੇ ਸਰੋਤਿਆਂ ਨੇ ਵਾਰਾਂ ਤੇ ਕਵਿਸ਼ਰੀ ਦੇ ਪ੍ਰਸੰਗਾਂ ਦੀ ਬਜਾਏ ਇਹਨਾਂ ਗੀਤਾਂ ਨੂੰ ਅਪਣਾ ਲਿਆ। ਇਹਨਾਂ ਗੀਤਾਂ ਨੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ ਲਈ 20ਵੀਂ ਸਦੀ ਦੇ ਮੱਧ ਵਿੱਚ ਬਹੁਤ ਸਾਰੇ ਗਾਇਕ ਤੇ ਗਾਇਕਾਵਾਂ ਸਾਹਮਣੇ ਆ ਗਏ, ਪਰੰਤੂ ਉਸਤਾਦ ਲੋਕ ਗਾਇਕ ਲਾਲ ਚੰਦ, ਜਮਲਾ ਜੱਟ, ਬੀਬੀ ਸੁਰਿੰਦਰ ਕੌਰ, ਚਾਂਦੀ ਰਾਮ ਤੇ ਸ਼ਾਂਤੀ ਦੇਵੀ ਕੁਝ ਅਜਿਹੇ ਨਾਮਵਰ ਲੋਕ ਗਾਇਕ ਸਨ ਜਿਨ੍ਹਾਂ ਨੇ ਪੰਜਾਬੀ ਲੋਕ ਗਾਇਕੀ
ਦੇ ਮੂੰਹ ਮਹਾਂਦੇ ਨੂੰ ਬਦਲ ਕੇ ਰੱਖ ਦਿੱਤਾ। ਸੋ ਜਿਵੇਂ ਕਿ ਪੰਜਾਬੀ ਸਮਾਜ ਦੇ ਸੱਭਿਆਚਾਰ ਵਿੱਚ ਗਾਇਕੀ ਦਾ ਬੜੀ ਵੱਡੀ ਔਰ ਪੁਰਾਣੀ ਪਰੰਪਰਾ ਚੱਲੀ ਆਉਂਦੀ ਹੈ, ਪਰ ਜਦੋਂ ਇਹ ਚਾਰ ਜੋ ਗਾਇਕ ਆਉਂਦੇ ਨੇ, ਜਦੋਂ ਆਪਣੇ ਨਿੰਦਰ ਘੁਗਾਨਵੀ ਜੀ ਕਹਿੰਦੇ ਨੇ ਕਿ ਇਹਨਾਂ ਨੇ ਤਾਂ ਇੱਕ ਮਹਾਂਦਰਾ ਹੀ ਪੰਜਾਬੀ ਜਿਹੜੀ ਲੋਕ ਗਾਇਕੀ ਨੂੰ ਬਦਲ ਕੇ ਰੱਖ ਦਿੱਤਾ। ਜੇ ਆਪਾਂ ਜਮਲੇ ਜੱਟ ਦੀ ਗੱਲ ਕਰੀਏ, ਜਾਂ ਬੀਬੀ ਸੁਰਿੰਦਰ ਕੌਰ ਦੀ ਗੱਲ ਕਰਦੇ ਹਾਂ, ਜਾਂ ਚਾਂਦੀ ਰਾਮ ਦੀ ਗੱਲ ਕਰਦੇ ਹਾਂ, ਜਾਂ ਸ਼ਾਂਤੀ ਦੇਵੀ ਦੀ ਗੱਲ ਕਰਦੇ ਹਾਂ, ਤਾਂ ਉਹ ਕਹਿੰਦੇ ਕਿ ਪੰਜਾਬੀ ਲੋਕ ਗਾਇਕੀ ਦੇ ਇਹਨਾਂ ਚਾਰ ਥੰਮਾਂ ਦੀ ਜੇ ਆਪਸੀ ਸਾਂਝ ਸੀ ਉਹ ਬੜੀ ਪੀੜੀ ਰਹੀ ਹੈ। ਇਹ ਚਾਰੋਂ ਸਮਕਾਲੀ ਸਨ, ਇੱਕ ਦੂਜੇ ਦੇ ਸਮੇਂ ਦੇ ਵਿੱਚ ਹੋਏ ਨੇ, ਜੋ ਇੱਕ ਬਹੁਤੀ ਵਾਰੀ ਸਟੇਜਾਂ 'ਤੇ ਮਿਲ ਜਾਂਦੇ ਸਨ, ਔਰ ਇਹਨਾਂ ਦੇ ਵਿੱਚ ਇੱਕ ਆਪਸੀ ਬੜਾ ਸਦਭਾਵਨਾ ਸੀ, ਬੜੀ ਆਪਣਤ ਭਰੀ ਸੀ। ਕਲਾਕਾਰ ਇੱਕ ਦੂਜੇ ਦੇ ਦਿਲੋਂ ਸਤਿਕਾਰ ਕਰਦੇ ਸਨ। ਇਹ ਉਦੋਂ ਹੁਣ ਦਾ ਜਿਹੜਾ ਸਮਾਂ ਹੈ, ਇਹ ਵੀ ਲਿਖਾਰੀ ਇਹਦੇ ਵਿੱਚ ਦੱਸਣਾ ਚਾਹੁੰਦਾ ਲੇਖਕ ਕਿ ਜਿਹੜਾ ਨਿਬੰਧਕਾਰ ਹੈ, ਕਿ ਬੜਾ ਫਰਕ ਹੈ ਕਿ ਹੁਣ ਜਿਹੜੀ ਪਦਾਰਥਵਾਦ ਦੀ ਹੋੜ ਹੈ, ਗਾਇਕ ਦਾ ਜਿਹੜਾ ਹੁਣ ਦਾ ਆਵੇਦੀ ਜਿਹੜੇ ਗਾਇਕਾਂ ਦਾ ਜਿਹੜਾ ਤਾਲਮੇਲ ਹੈ ਜਾਂ ਉਹ ਭਾਵਨਾ ਨਹੀਂ ਰਹੀ। ਬਹੁਤੀ ਵਾਰ ਝਗੜੇ ਜਾਂ ਲੜਾਈਆਂ ਹੋ ਜਾਂਦੀਆਂ ਨੇ। ਪਹਿਲਾਂ ਉਹ ਇੱਕ ਦੂਜੇ ਦਾ ਬੜਾ ਸਤਿਕਾਰ ਕਰਦੇ ਸਨ। ਤਾਂ ਕਹਿਣ ਦਾ ਭਾਵ ਕਿ ਪਹਿਲੇ ਜਿਹੜੇ ਗਾਇਕ ਇਹ ਸੀ ਉਸ ਸਮੇਂ ਦੇ ਅਤੇ ਹੁਣ ਦੇ ਨਾਲ ਦਾ ਵੀ ਕਿਤੇ ਨਾ ਕਿਤੇ ਆਪਾਂ ਪੜ੍ਹ ਕੇ ਆਪਾਂ ਨੂੰ ਪਤਾ ਲੱਗਦਾ ਕਿ ਤੁਸੀਂ ਆਪ ਹੀ ਵਿਦਿਆਰਥੀ ਹੋ, ਬੁੱਧੀਜੀਵੀ ਹੋ, ਤੁਸੀਂ ਵੀ ਬੱਚੇ ਵਧੀਆ ਸੋ ਸਕਦੇ ਹੋ। ਵਪਾਰੀਕਰਨ ਨਹੀਂ ਸੀ ਹੋਇਆ, ਅਤੇ ਜੋ ਕੁਝ ਵੀ ਗਾਇਨ ਦੇ ਇਵਜ਼ਾਨੇ ਵਜੋਂ ਇਹਨਾਂ ਨੂੰ ਮਿਲ ਜਾਂਦਾ ਸੀ, ਇਹ ਲੋਕ ਗਾਇਕ ਉਹਨਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਸਨ। ਜਿੰਨਾ ਚਿਰ ਸਰੋਤੇ ਚਾਹੁੰਦੇ ਸਨ ਉਨੀ ਚਿਰ ਆਪਣੀ ਕਲਾ ਜੋ ਪੇਸ਼ਕਾਰੀ ਕਰਦੇ ਰਹਿੰਦੇ ਸਨ। ਅਤੇ ਇਹ ਕਲਾਕਾਰ ਵਕਤ ਦੇ ਵੀ ਬੋਝ ਬੱਝੇ ਹੋਏ ਨਹੀਂ ਸਨ, ਦਿਨ ਰਾਤ ਘੱਟ ਹੀ ਦੇਖਦੇ ਸਨ। ਜਿੰਨਾ ਚਿਰ ਸਟੇਜ ਲੱਗੀ ਰਹਿੰਦੀ ਸੀ ਅਤੇ ਸਰੋਤੇ ਬੈਠੇ ਸੁਣੀ ਜਾਂਦੇ ਸਨ, ਤਾਂ ਜਿੱਥੇ ਰਾਤ ਪੈ ਜਾਂਦੀ ਇਹ ਗਾਇਕ ਰੋਟੀ ਟੁੱਕ ਖਾ ਕੇ ਉੱਥੇ ਹੀ ਵਿਸ਼ਰਾਮ ਕਰ ਲੈਂਦੇ, ਅਤੇ ਅਗਲੇ ਦਿਨ ਖਾਣ ਤੋਂ ਬਾਅਦ ਸਿੱਧੇ ਹੀ ਆਪਣੀ ਅਗਲੀ ਪੇਸ਼ਕਾਰੀ ਦੇ ਲਈ ਤੁਰ ਪੈਂਦੇ ਸਨ। ਅਤੇ ਸਰੋਤੇ ਵੀ ਜਿਹੜੇ ਇਹਨਾਂ ਦੇ ਬੜਾ ਹੀ ਮਾਣ ਦਿੰਦੇ ਸਨ, ਇਹਨਾਂ ਨੂੰ ਸ਼ਾਨੋ ਸ਼ੌਕਤ ਦੇ ਵਿੱਚ ਕੋਈ ਕਸਰ ਨਹੀਂ ਸਨ ਰਹਿਣ ਦਿੰਦੇ। ਉਸਤਾਦ ਲੋਕ ਗਾਇਕ ਦੇ ਤੌਰ 'ਤੇ ਜਾਣੇ ਜਾਂਦੇ। ਜੇ ਆਪਾਂ ਲਾਲ ਚੰਦ ਜਮਲਾ ਜੱਟ ਦੀ ਗੱਲ ਕਰੀਏ, ਤਾਂ ਇਹਨਾਂ ਦਾ ਜਿਹੜਾ ਜਨਮ 1910 ਦੇ ਇਰਦ ਗਿਰਦ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਟੋਭਾ ਟੇਕ ਸਿੰਘ ਚੱਕ ਨੰਬਰ 384 ਵਿਖੇ ਪਿਤਾ ਸ਼੍ਰੀ ਖੇੜਾ ਰਾਮ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਜਮਲਾ ਜੱਟ ਨੇ ਨਾਨਕੇ ਦੇ ਦਾਦਕੇ ਦੋਵੇਂ ਆਪਣੇ ਵੱਡੇ ਵਡੇਰਿਆਂ ਦੀ ਸੰਗੀਤ ਕਲਾ ਦਾ ਪ੍ਰਭਾਵ ਕਬੂਲਦਿਆਂ 9 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸਨੇ ਆਪਣਾ ਪਹਿਲਾ ਗੀਤ ਘੜੇ ਦੇ ਅੱਗੇ ਹੱਥ ਜੋੜਦੀ ਮੈਨੂੰ ਲੈ ਚੱਲ ਨਦੀਓਂ ਪਾਰ ਦੇਸ਼ ਵੰਡ ਤੋਂ 5 ਸਾਲ ਬਾਅਦ ਇੱਧਰ ਆਣ ਕੇ ਰਿਕਾਰਡ ਕਰਵਾਇਆ। ਜਮਲਾ ਜੱਟ ਦੇ ਗਾਏ ਸੈਂਕੜੇ ਗੀਤਾਂ ਦੇ ਵਿਸ਼ੇ ਧਾਰਮਿਕ, ਸਮਾਜਿਕ, ਰੋਮਾਂਟਿਕ ਤੇ ਦੇਸ਼ ਭਗਤੀ ਨਾਲ ਸੰਬੰਧਿਤ ਹਨ। ਉਸਨੇ ਆਪਣੇ ਗਾਏ ਸਾਰੇ ਗੀਤ ਆਪ ਹੀ ਰਚੇ ਹਨ। ਆਕਾਸ਼ਵਾਣੀ ਜਲੰਧਰ ਤੋਂ ਉਸਨੇ ਸੰਨ 1949 ਵਿੱਚ ਪਹਿਲੀ ਵਾਰ ਹਾਸ਼ਮੀ ਦੀ ਸੱਸੀ ਦਾ ਗਾਇਨ ਕੀਤਾ। ਤੇਰੇ ਨੀ ਕਰਾਰਾ ਮੈਨੂੰ ਪੱਟਿਆ ਆਪ ਦਾ ਬਹੁਤ ਪ੍ਰਚਲਿਤ ਗੀਤ ਹੈ। ਉਹਨਾਂ ਨੇ ਅੱਗੇ ਸੰਗੀਤ ਉਹ ਜਿਹੜਾ ਉਸਤਾਦ ਪੰਡਤ ਸਾਹਿਬ ਦਿਆਲ ਤੇ ਚੌਧਰੀ ਮਜੀਦ ਸਨ ਅਤੇ ਉਹਨਾਂ ਤੋਂ ਲਿਆ। ਅਤੇ ਜਮਲਾ ਜੱਟ ਫੱਕਰ ਤਿਬੀਤ ਵਾਲਾ ਦਰਵੇਸ਼ ਫਨਕਾਰ ਸੀ। ਉਸ ਨੂੰ ਤੁੰਬੀ ਦੇ ਬਾਦਸ਼ਾਹ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸੰਨ 1999 ਦੀ ਵਿੱਚ ਲਾਲਚੰਦ ਜਮਲਾ ਜੱਟ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਸੰਨ 1976-77 ਵਿੱਚ ਆਪ ਨੇ ਕੈਨੇਡਾ ਦੇ ਵਿੱਚ ਇਹਨਾਂ ਨੇ 1988 ਤੋਂ 99 ਵਿੱਚੋਂ ਇੰਗਲੈਂਡ ਆਦਿ ਮੁਲਕਾਂ ਦੀ ਯਾਤਰਾ ਕੀਤੀ। ਜਮਲਾ ਜੱਟ ਨਾਲ ਦੁਗਾਣਾ ਗਾਉਣ ਲਈ ਸਾਥ ਮਹਿੰਦਰਜੀਤ ਕੌਰ ਸੇਖੋਂ ਨੇ ਕਈ ਦੁਗਾਣੇ ਗਾ ਕੇ ਦਿੱਤਾ। ਜਮਲਾ ਜੱਟ ਦੇ 5 ਸਪੁੱਤਰਾਂ ਵਿੱਚੋਂ ਜਸਦੇਵ ਜਮਲਾ ਅਤੇ ਜਸਵਿੰਦਰ ਜਮਲਾ ਨੇ ਗਾਇਨ ਕਲਾ ਨੂੰ ਅਪਣਾਇਆ। ਸੰਨ 1990 ਦੇ ਇੱਕ ਦਿਨ ਹੀ ਦੀ ਗੱਲ ਹੈ ਕਿ ਜਮਲਾ ਜੱਟ ਦਾ ਆਪਣੇ ਘਰ ਵਿੱਚ ਹੀ ਫਰਸ਼ ਤੋਂ ਪੈਰ ਤਿਲਕਣ ਕਾਰਨ ਉਹਨਾਂ ਦਾ ਜਿਹੜਾ ਚੂਲੇ 'ਤੇ ਸੱਟ ਲੱਗ ਗਈ ਸੀ, ਅਤੇ ਉਸ ਵੇਲੇ ਪੰਜਾਬ ਦੇ ਰਾਜਪਾਲ ਸ਼੍ਰੀ ਸੁਰਿੰਦਰ ਨਾਥ ਨੇ ਉਚੇਚਾ ਘਰ ਆ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ। 1991 ਵਿੱਚ ਜਮਲਾ ਜੱਟ ਦਾ ਲੁਧਿਆਣੇ ਵਿਖੇ ਦੇਹਾਂਤ ਹੋ ਗਿਆ ਸੀ। ਸੁਰਿੰਦਰ ਕੌਰ ਨੇ, ਜਿਸ ਤੋਂ ਬਾਅਦ ਆਪਾਂ ਅਗਲੇ ਦੀ ਗੱਲ ਕਰੀਏ, ਜਿਹੜੇ ਲੋਕ ਗਾਇਕ ਦੀ ਗੱਲ ਕਰਦੇ ਹਾਂ, ਤਾਂ ਸੁਰਿੰਦਰ ਕੌਰ ਨੇ ਵੀ ਸੈਂਕੜੇ ਪੰਜਾਬੀ ਲੋਕ ਗੀਤ ਗਾਏ ਅਤੇ ਦੁਗਾਣੇ ਗਾਏ। ਆਪਣੀ ਮਧੁਰ ਆਵਾਜ਼ ਨਾਲ ਇਹਨੇ ਫਿਜ਼ਾਵਾਂ ਵਿੱਚ ਰਸ ਘੋਲਿਆ। ਅੱਜ ਵੀ ਉਸ ਨੂੰ ਪੰਜਾਬ ਦੀ ਕੋਇਲ ਵਜੋਂ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਜਦ ਉਸ ਮੰਚ ਉੱਤੇ ਆਉਂਦੀ ਸੀ ਤਾਂ ਸਰੋਤਿਆਂ ਦਾ ਭਰਵਾਂ ਇਕੱਠ ਦੇਖਣ ਸਾਰ ਉਸ ਨੂੰ ਅਨੋਖੀ ਮਸਤੀ ਚੜ੍ਹ ਜਾਂਦੀ ਸੀ। ਵੰਨ ਸੁਵੰਨੇ ਰਾਗ ਲਹੂਰੀਆਂ ਲੈਂਦੇ ਸਨ ਅਤੇ ਉਸਦੇ ਬੁੱਲ੍ਹਾਂ 'ਤੇ ਮਿੱਠੇ ਮਿੱਠੇ ਬੋਲ ਉਤਰ ਆਉਂਦੇ ਸਨ। ਉਹ ਮਸਤੀ ਵਿੱਚ ਖੋ ਕੇ ਗਾਉਣ ਲੱਗ ਜਾਂਦੀ ਸੀ। ਅਤੇ ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਵਿੱਚ ਸ਼੍ਰੀ ਬਿਸ਼ਨ ਦਾਸ ਦੇ ਘਰ ਮਾਤਾ ਮਾਇਆ ਦੇਵੀ ਦੀ ਕੁੱਖੋਂ ਹੋਇਆ। ਉਸ ਨੂੰ ਗਾਉਣ ਦਾ ਸ਼ੌਂਕ ਸਿਰਫ 13 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਜਦ ਉਸ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਦਾ ਮਾਹੌਲ ਹੀ ਉਹੋ ਜਿਹਾ ਸੀ ਕਿ ਲੋਕ ਆਪਣੀਆਂ ਧੀਆਂ ਨੂੰ ਘਰ ਦੀ
ਦਹਲੀਜ਼ ਨਹੀਂ ਲੰਘਣ ਦਿੰਦੇ ਹੁੰਦੇ। ਸੁਰਿੰਦਰ ਕੌਰ ਲਈ ਬੜਾ ਚੁਣੌਤੀ ਭਰਿਆ ਸਮਾਂ ਸੀ। ਉਸ ਦੇ ਪਰਿਵਾਰ ਨੇ ਬੜੀ ਹੀ ਹਿਚਕਿਚਾਹਟ ਮਗਰੋਂ ਉਸ ਨੂੰ ਗਾਇਨ ਦੇ ਖੇਤਰ ਵਿੱਚ ਨਿਤਰਨ ਦੀ ਆਗਿਆ ਦਿੱਤੀ ਸੀ। ਉਸਨੇ ਜਿਹੜੇ ਉਸਤਾਦ ਬੜੇ ਹੀ ਗੁਲਾਮ ਅਲੀ ਖਾਂ ਪਾਸੋਂ ਸੰਗੀਤ ਸਿੱਖਿਆ ਹਾਸਿਲ ਕਰਨੀ ਚਾਹੀ, ਪਰ ਸਫਲਤਾ ਨਾ ਮਿਲੀ। ਉਸਨੇ ਉਸਤਾਦ ਗੁਲਾਮ ਅਲੀ ਸਾਹਿਬ ਦੇ ਭਾਣਜੇ ਉਸਤਾਦ ਇਨਾਇਤ ਹੁਸੈਨ ਖਾਂ ਸ਼ਾਮ ਚੁਰਾਸੀਆ ਘਰਾਣੇ ਦੇ ਉਸਤਾਦ ਨਿਆਜ਼ ਹੁਸੈਨ ਸ਼ਾਮੀ, ਸਲਾਮਤ ਉਸਤਾਦ ਅਬਦੁਲ ਰਹਿਮਾਨ ਖਾਂ ਰਾਮਸਰਨ, ਸਤੀਸ਼ ਭਾਟੀਆ, ਕੁੰਦਨ ਲਾਲ ਘੋਸ਼, ਸੁਰਿੰਦਰ ਸੋਨੀ ਤੇ ਮਨੀ ਪ੍ਰਕਾਸ਼ ਜਿਹੇ ਮਹਾਨ ਉਸਤਾਦਾਂ ਪਾਸੋਂ ਸੰਗੀਤ ਸਿੱਖਿਆ ਗ੍ਰਹਿਣ ਕੀਤੀ। ਸੁਰਿੰਦਰ ਕੌਰ ਦਾ ਵਿਆਹ 29 ਮਈ ਸੰਨ 1948 ਨੂੰ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ। ਸੰਨ 1948 ਤੋਂ 1953 ਤੱਕ ਉਹਨਾਂ ਦਾ ਜਿਹੜਾ ਸਮਾਂ ਸੀ ਉਹ ਬੰਬਈ ਰਹੇ। ਸੰਗੀਤਕਾਰੀ ਗੁਲਾਮ ਹੈਦਰ ਦੇ ਸੰਗੀਤ ਵਿੱਚ ਉਸ ਨੇ ਫਿਲਮ ਸ਼ਹੀਦ ਲਈ ਗੀਤ ਗਾਏ। ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਗਾਇਆ ਗੀਤ ਛੜਕੇ ਛੜਕੇ ਜਾਂਦੀ ਏ ਮੁਟਿਆਰੇ ਨੀ ਬਹੁਤ ਮਕਬੂਲ ਹੋਇਆ। ਉਸ ਦੀ ਧੀ ਡੋਲੀ ਗਲੇਰੀਆ ਨੇ ਗਾਇਨ ਕਲਾ ਵਿੱਚ ਚੰਗਾ ਨਾਮਣਾ ਖੱਟਿਆ ਹੈ। ਸੰਨ 1944 ਵਿੱਚ ਸੁਰਿੰਦਰ ਕੌਰ ਦੇ ਗੀਤਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਸ਼ੁਰੂ ਹੋਇਆ। ਉਸਨੇ ਕਈ ਹਿੰਦੀ ਪੰਜਾਬੀ ਫਿਲਮਾਂ ਲਈ ਗੀਤ ਗਾਉਣ ਤੋਂ ਇਲਾਵਾ ਗੁਜਰਾਤੀ, ਮਰਾਠੀ, ਬੰਗਾਲੀ, ਰੂਸੀ ਤੇ ਚੀਨੀ ਗੀਤ ਵੀ ਗਾਏ। ਕਈ ਲੋਕ ਗਾਇਕਾਂ ਨਾਲ ਮਿਲ ਕੇ ਦੁਗਾਣੇ ਗਾਏ। ਕਈ ਲੋਕ ਗਾਇਕ ਜਿਹੜੇ ਸੀ ਉਹਨਾਂ ਨਾਲ ਮਿਲ ਕੇ ਉਹਨਾਂ ਨੇ ਗਾਣੇ ਗਾਏ। ਆਸਾ ਸਿੰਘ ਮਸਤਾਨਾ, ਜੇ ਆਪਾਂ ਗੱਲ ਕਰੀਏ ਹਰਚਰਨ ਗਰੇਵਾਲ ਨਾਲ ਉਹਨਾਂ ਮਿਲ ਕੇ ਗਾਣੇ ਗਾਏ ਅਤੇ ਸਿਖਰਾਂ ਦੀ ਪ੍ਰਸਿੱਧੀ ਵੀ ਪ੍ਰਾਪਤ ਕੀਤੀ। ਚੰਨ ਜੜਿਆਲਵੀ ਦਾ ਲਿਖਿਆ ਹੈ ਅਤੇ ਸੁਰਿੰਦਰ ਕੌਰ ਦਾ ਗਾਇਆ ਗੀਤ ਮਧਾਣੀਆਂ ਹਾਏ ਵੇ ਮੇਰਿਆ ਡਾਢਿਆ ਰੱਬਾ ਕਿਹਨਾਂ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ ਦੁਨੀਆ ਭਰ ਵਿੱਚ ਗੂੰਜਿਆ ਅਤੇ ਉਸਨੇ ਬਹੁਤ ਸਾਰੇ ਮੁਲਕਾਂ ਵਿੱਚ ਜਾ ਕੇ ਆਪਣੀ ਮਧੁਰ ਆਵਾਜ਼ ਦਾ ਜਿਹੜਾ ਜਾਦੂ ਬਖੇਰਿਆ। ਜੇ ਸੰਨ ਆਪਾਂ 2001 ਵਿੱਚ ਉਸਨੇ ਦਿੱਲੀ ਛੱਡ ਦਿੱਤੀ ਅਤੇ ਪੰਚਕੂਲਾ ਰਹਿਣ ਲੱਗ ਪਏ ਅਤੇ ਉਸ ਦੇ ਬਾਅਦ ਉਹਨਾਂ ਦਾ ਦੇਹਾਂਤ ਤੋਂ ਕੁਝ ਮਹੀਨੇ ਪਹਿਲਾਂ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ। 15 ਜੂਨ 2006 ਵਿੱਚ ਉਸ ਦਾ ਦੇਹਾਂਤ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿੱਚ ਹੋ ਗਿਆ। ਇਸ ਤੋਂ ਬਾਅਦ ਅੱਗੇ ਜੇ ਆਪਾਂ ਜਿਹੜੇ ਲੋਕ ਗਾਇਕ ਦੀ ਗੱਲ ਕਰਦੇ ਹਾਂ ਆਪਾਂ, ਤਾਂ ਉਹ ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਦੀ ਗੱਲ ਕਰਦੇ ਹਾਂ। ਅਤੇ ਇਹ ਜੋ ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਨੇ ਜੋੜੀ ਬਣਾ ਕੇ ਜਦੋਂ ਦੁਗਾਣੇ ਗਾਉਣੇ ਸ਼ੁਰੂ ਕੀਤੇ ਤਾਂ ਉਦੋਂ ਪੰਜਾਬ ਵਿੱਚ ਕੋਈ ਹੋਰ ਗਾਇਕ ਜੋੜੀ ਪ੍ਰਚਲਿਤ ਨਹੀਂ ਸੀ। ਜਿਉਂ ਹੀ ਇਹਨਾਂ ਦੇ ਗਾਏ ਦੁਗਾਣੇ HM ਦੀ ਕੰਪਨੀ ਵਿੱਚ ਰਿਕਾਰਡਿੰਗ ਹੋਣੇ, ਪਿੰਡਾਂ ਵਿੱਚ ਵਿਆਹਾਂ ਵਾਲੇ ਘਰੀ ਦੋ ਮੰਜਿਆਂ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਗੂੰਜਣ ਲੱਗੇ ਤਾਂ ਇਹਨਾਂ ਦੀ ਪ੍ਰਸਿੱਧੀ ਚੋਟੀ 'ਤੇ ਸੀ। ਕੋਈ ਸਮਾਂ ਤਾਂ ਅਜਿਹਾ ਆ ਗਿਆ ਕਿ ਲੋਕ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਦੇ ਦਿਨ ਚਾਂਦੀ ਰਾਮ ਤੋਂ ਦਿਨ ਲੈ ਕੇ ਹੀ ਬਣਨ ਲੱਗੇ। ਇਹਨਾਂ ਦੇ ਅਖਾੜੇ ਲੱਗਣ ਦੀ ਸੂਚਨਾ ਕਈ ਦਿਨ ਪਿੰਡਾਂ ਵਿੱਚ ਪਹਿਲਾਂ ਹੀ ਘੁਮਾ ਦਿੱਤੀ ਜਾਂਦੀ ਸੀ। ਅਖਾੜੇ ਵਾਲੇ ਥਾਵੇਂ ਇਹਨਾਂ ਦੇ ਬਹੁਤ ਜ਼ਿਆਦਾ ਇਕੱਠ ਹੋਣ ਕਰਕੇ ਕਈ ਵਾਰੀ ਆਪਸ ਦੀ ਲੜਾਈ ਵੀ ਪਬਲਿਕ ਦੀ ਜਾਂ ਲੋਕਾਂ ਦੀ ਆਪਸ ਦੀ ਕਹਿ ਸਕਦੇ ਹਾਂ ਲੜਾਈ ਹੋ ਜਾਂਦੀ ਸੀ। ਫਿਰ ਵੀ ਭਰਪੂਰ ਜਿਹੜਾ ਇਕੱਠ ਹੁੰਦਾ ਸੀ। ਚਾਂਦੀ ਰਾਮ ਦਾ ਜਨਮ ਜੇ ਆਪਾਂ ਗੱਲ ਕਰੀਏ ਤਾਂ ਜਨਮ ਇਹਨਾਂ ਦਾ ਜਿਹੜਾ 1936 ਨੂੰ ਸਰਗੋਧਾ ਜ਼ਿਲ੍ਹੇ ਦੇ 40 ਚੱਕ ਵਿੱਚ ਹੋਇਆ ਸੀ। 1947 ਵਿੱਚ ਪਿੱਛੋਂ ਲੁਧਿਆਣਾ ਨੇੜੇ ਪਿੰਡ ਵਲੀਪੁਰ ਵਿੱਚ ਆਣ ਟਿਕੇ। ਚਾਂਦੀ ਰਾਮ ਲੰਮਾ ਅਰਸਾ ਆਪਣੇ ਪਿਤਾ ਸ਼ਰਧਾ ਰਾਮ ਨਾਲ ਖੇਤੀ ਦੇ ਧੰਦੇ ਵਿੱਚ ਹੱਥ ਵਟਾਉਂਦੇ ਰਹੇ ਆ। ਖੇਤੀ ਦੇ ਧੰਦੇ ਦੇ ਉਸਦਾ ਮਨ ਉਕਤਾਉਣ ਲੱਗਿਆ ਤਾਂ ਉਸਨੇ ਇੱਕ ਸਾਈਕਲ ਫੈਕਟਰੀ ਵਿੱਚ ਨਿਕਲ ਪਾਲਿਸ਼ਿੰਗ ਦਾ ਕੰਮ ਕਰਨਾ ਸ਼ੁਰੂ ਕੀਤਾ। ਉਹ ਕੁਝ ਸਮਾਂ ਗੱਡੇ ਤੇ ਭਾਰ ਢੋਣ ਦਾ ਕੰਮ ਵੀ ਕਰਦਾ ਰਿਹਾ ਤੇ ਰਿਕਸ਼ਾ ਵੀ ਚਲਾਉਂਦਾ ਰਿਹਾ। ਇੱਕ ਦਿਨ ਸੁਭਾਵਿਕ ਉਸ ਦੇ ਸਮੇਂ ਦੇ ਉੱਘੇ ਗੀਤਕਾਰ ਇੰਦਰਜੀਤ ਹਸਨਪੁਰੀ ਨਾਲ ਉਸਦਾ ਮੇਲ ਹੋਇਆ। ਹਸਨਪੁਰੀ ਨੇ ਉਸ ਨੂੰ ਗਾਉਂਦੇ ਸੁਣਿਆ ਤਾਂ ਉਸਦਾ ਮਨ ਪਸੀਜ ਗਿਆ ਕਿ ਇੱਕ ਸਮਰੱਥ ਤੇ ਸੁਰੀਲਾ ਕਲਾਕਾਰ ਰੁਲਦਾ ਫਿਰ ਰਿਹਾ ਹੈ। ਹਸਨਪੁਰੀ ਨੇ ਉਸ ਨੂੰ ਗੀਤ ਲਿਖ ਕੇ ਦਿੱਤੇ। ਜਦ ਰਿਕਾਰਡ ਹੋਏ ਤਾਂ ਚਾਂਦੀ ਰਾਮ ਦੀ ਜ਼ਿੰਦਗੀ ਵਿੱਚ ਬਹਾਰਾਂ ਆ ਗਈਆਂ। ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਦਾ ਸਭ ਤੋਂ ਪ੍ਰਸਿੱਧ ਹੋਇਆ ਗਾਣਾ ਲੈ ਜਾ ਛੱਲੀਆਂ ਭੁਲਾ ਲਿਆਈਂ ਦਾਣੇ ਵੇ ਮਿੱਤਰਾ ਦੂਰ ਦਿਆ। ਚਾਂਦੀ ਰਾਮ ਦੇ ਬੋਲ ਅੱਗੋਂ ਇਸ ਤਰ੍ਹਾਂ ਪ੍ਰਕਾਰ ਸੀ, ਨੀ ਮਿੱਤਰਾਂ ਨੇ ਨਹੀਂ ਚੱਬਣੇ ਤੇਰੀ ਖੁਸ਼ਕ ਮੱਕੀ ਦੇ ਦਾਣੇ। ਇਹਨਾਂ ਦੇ ਸੈਂਕੜੇ ਦੁਗਾਣੇ ਅਤੇ ਸੋਲੋ ਗੀਤ ਰਿਕਾਰਡ ਹੋਏ। ਚਾਂਦੀ ਰਾਮ ਨੇ ਤੁੰਬੀ ਨਾਲ ਵੀ ਕਈ ਗੀਤ ਗਾਏ। ਜੇ ਆਪਾਂ ਉਸਦੇ ਗਾਏ ਜਿਹੜੇ ਧਾਰਮਿਕ ਗੀਤਾਂ ਦੀ ਵੀ ਬਹੁਤ ਪ੍ਰਸਿੱਧ ਹੋਏ ਆ। ਜੇ ਉਦਾਹਰਨ ਵਜੋਂ ਆਪਾਂ ਦੇਖਦੇ ਹਾਂ ਤਾਂ ਜੇ ਗੱਲ ਕਰੀਏ ਕਿ ਰਾਵੀ ਦੇ ਪਾਣੀਆਂ ਨੂੰ ਠੋਕਰਾਂ ਨਾ ਮਾਰ ਓਏ, ਤੇਰੀ ਗੋਦ ਵਿੱਚ ਬੈਠੀ ਸੱਚੀ ਸਰਕਾਰ ਓਏ, ਸਰਹਿੰਦ ਦੀਏ ਦੀਵਾਰੇ, ਕਦਮਾਂ ਵਿੱਚ ਕਣੀਆਂ ਨੂਰ ਦੀਆਂ, ਕਈ ਤਪਦੇ ਸ਼ਹਿਰ ਗਰਾਂ ਠਰ ਗਏ। ਚਾਂਦੀ ਰਾਮ ਦਾ ਅੰਤ ਦਾ ਵੇਲਾ ਬਹੁਤ ਹੀ ਕਹਿੰਦੇ ਮਾੜਾ ਸੀਗਾ, ਬਹੁਤ ਮਾੜਾ ਸਮਾਂ ਸੀ। ਉਸ ਨੂੰ ਕੁਝ ਸਮੇਂ ਲਈ ਤਾਂ ਜੇਲ੍ਹ ਕੱਟਣੀ ਪਈ। ਸ਼ਾਂਤੀ ਦੇਵੀ ਦਾ ਦੇਹਾਂਤ ਪਹਿਲਾਂ ਹੋ ਗਿਆ ਸੀ। ਚਾਂਦੀ ਰਾਮ ਨੂੰ ਅੰਤਲੇ ਵਕਤ ਬਹੁਤ ਗੁਰਬਤ ਭਰੇ ਦਿਨ
ਦੇਖਣੇ ਪਏ। ਕਿਸੇ ਵੇਲੇ ਤਾਂ ਉਹ ਸਿਗਰਟ ਸੁਲਗਾਉਣ ਲਈ ਵੀ ਕਹਿੰਦੇ 10 ਰੁਪਏ ਜਿਹੜੇ ਉਸ ਸਮੇਂ 100 ਦੇ ਬਰਾਬਰ ਹੁੰਦੇ ਸੀ, ਉਹ ਪਹਿਲਾਂ ਤੀਲੀ ਜਲਾਉਂਦਾ ਸੀ ਅਤੇ ਫਿਰ ਸਿਗਰਟ ਨੂੰ ਅੱਗ ਲਾਉਂਦਾ ਸੀ। ਉਹ ਵਕਤ ਵੀ ਉਹਦੇ ਵਿੱਚ ਆਇਆ ਜਦ ਉਸ ਨੂੰ ਬੱਸ ਅੱਡੇ ਉੱਪਰ ਹੋਕਰੇ ਮਾਰ ਕੇ ਵੀ ਆਪਣਾ ਪੇਟ ਪਾਲਣ ਲਈ, ਪੇਟ ਦੀ ਜਿਹੜੀ ਅੱਗ ਆ ਬੁਝਾਉਣ ਲਈ ਉਹਨੂੰ ਹੋਕਰੇ ਮਾਰਨੇ ਪਏ। ਉਸ ਦਾ ਦੇਹਾਂਤ ਜਿਹੜਾ ਜਨਵਰੀ ਦੇ ਮਹੀਨੇ 1996 ਵਿੱਚ ਹੋਇਆ ਸੀ। ਤਾਂ ਕਹਿਣ ਦਾ ਭਾਵ ਇੰਨੀ ਉਹਨਾਂ ਨੂੰ ਗੁਰਬਤ ਦੇ ਸਮੇਂ ਵਿੱਚੋਂ ਲੰਘਣਾ ਪਿਆ। ਪੰਜਾਬੀ ਲੋਕ ਗਾਇਕੀ ਦੇ ਇਹਨਾਂ ਚਾਰਾਂ ਦੇ ਜੀਵਨ ਕਲਾ ਉੱਤੇ ਜੇ ਆਪਾਂ ਸੰਖੇਪ ਜੀ 'ਚ ਹੱਥ ਮਾਰੀਏ ਤਾਂ ਆਪਾਂ ਨੂੰ ਇਹ ਗੱਲ ਭਲੀ ਭਾਂਤ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਜਿਹੜੇ ਸਮਿਆਂ ਵਿੱਚ ਇਹਨਾਂ ਦੀ ਪੈਦਾਇਸ਼ ਹੋਈ, ਫਿਰ ਇਹਨਾਂ ਕਲਾ ਖੇਤਰ ਨੂੰ ਅਪਣਾਇਆ ਅਤੇ ਆਪਣੇ ਗਾਇਨ ਨੂੰ ਉਸ ਸਮੇਂ ਸਿਰਫ ਪੱਥਰ ਦੇ ਤਵੇ ਅਤੇ ਰੇਡੀਓ ਹੀ ਹੁੰਦੇ ਸੀ। ਕਈਆਂ ਪਿੰਡਾਂ ਵਿੱਚ ਪੰਚਾਇਤਾਂ ਦਾ ਲਿਆਂਦਾ ਸਾਂਝਾ ਰੇਡੀਓ ਹੁੰਦਾ ਸੀ। ਸਾਰਾ ਪਿੰਡ ਇੱਕ ਸਾਂਝੀ ਛੱਤ ਵਿੱਚ ਬੈਠ ਕੇ ਰੇਡੀਓ ਸੁਣਦਾ ਸੀ। ਮੌਸਮ ਦਾ ਹਾਲ, ਖੇਤੀਬਾੜੀ ਬਾਰੇ ਜਾਣਕਾਰੀ, ਮਨੋਰੰਜਨ ਲਈ ਗੀਤ ਸੰਗੀਤ, ਵੰਨ ਸੁਵੰਨਤਾ ਭਰੇ ਪ੍ਰੋਗਰਾਮ ਦੀ ਪੇਸ਼ਕਾਰੀ ਹੁੰਦੀ ਸੀ। ਉਸ ਸਮੇਂ ਹੀ ਉਸਤਾਦ ਜਮਲਾ ਜੱਟ ਨੇ ਪੰਜਾਬ ਦੇ ਕਿਸਾਨਾਂ ਦੀ ਮੰਗ ਉੱਤੇ ਕਈ ਗੀਤ ਲਿਖੇ ਅਤੇ ਰੇਡੀਓ ਉੱਤੇ ਗਾਏ। ਵੰਨਗੀ ਵਜੋਂ ਜੇ ਆਪਾਂ ਦੀ ਗੱਲ ਕਰੀਏ, ਤਾਰਾ ਮੀਰਾ ਪਾਵੇ ਬੋਲੀਆਂ, ਸਰੋਂ ਹੱਸ ਕੇ ਕਵਾਲੀਆਂ ਗਾਵੇ, ਜੱਟਾ ਜੀਵਨ ਜੋਗਿਆ ਕਿਉਂ ਬਣ ਬੈਠਾ ਅਣਜਾਣ, ਕਣਕਾਂ ਜੰਮੀਆਂ ਗਿੱਠ ਗਿੱਠ ਲੰਮੀਆਂ ਆਦਿ ਇਹ ਗੀਤ ਬਹੁਤ ਵਾਰੀ ਰੇਡੀਓ ਉੱਤੇ ਜਿਹੜੇ ਪ੍ਰਸਾਰਿਤ ਹੁੰਦੇ ਰਹਿੰਦੇ ਸੀ। ਜੇ ਆਪਾਂ ਸੁਰਿੰਦਰ ਕੌਰ ਦੀ ਗੱਲ ਕਰੀਏ ਤਾਂ ਸੁਰਿੰਦਰ ਕੌਰ ਨੇ ਵੀ ਕਿਰਸਾਨੀ ਦੇ ਪੇਂਡੂ ਜੀਵਨ ਸੰਬੰਧਿਤ ਕਈ ਗੀਤ ਰੇਡੀਓ ਉੱਤੇ ਗਾਏ। ਬਾਜਰੇ ਦਾ ਸਿੱਟਾ, ਜਿਉਂ ਟੁੱਟਿਆ ਚਰੀ ਦਾ ਟਾਂਡਾ, ਇੰਝ ਹੀ ਚਾਂਦੀ ਰਾਮ ਅਤੇ ਜੇ ਆਪਾਂ ਸ਼ਾਂਤੀ ਦੇਵੀ ਦੇ ਕੁਝ ਗੀਤ ਜਿਹੜੇ ਹੈਗੇ ਆ ਕਿਸਾਨੀ ਨਾਲ ਸੰਬੰਧਿਤ ਜਾਂ ਖੇਤਾਂ ਨਾਲ ਸੰਬੰਧਿਤ ਉਹਨਾਂ ਨੇ ਵੀ ਗਾਏ। ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਿਆਰੀ ਬਾਥੂ ਦੀ, ਜਾਣੀ ਬੰਤੋ ਰੋਟੀ ਲੈ ਜਾ ਬਾਪੂ ਦੀ, ਮੈਂ ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਨੀ ਆ। ਇਹ ਲੋਕ ਗਾਇਕ ਖੁਦ ਵੀ ਅਤੇ ਇਹਨਾਂ ਨੂੰ ਗੀਤ ਲਿਖ ਕੇ ਦੇਣ ਵਾਲੇ ਗੀਤਕਾਰ ਵੀ ਸਰੋਤਿਆਂ ਦੇ ਜਿਹੜੇ ਮਨ ਨੂੰ, ਉਹਦੇ ਸਹਿਜ ਸਵਾਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਅਤੇ ਉਹਨਾਂ ਦੀਆਂ ਭਾਵਨਾਵਾਂ ਦਾ ਪੂਰਾ ਖਿਆਲ ਰੱਖਦੇ ਸਨ। ਪੰਜਾਬ ਦੇ ਇਹਨਾਂ ਚਾਰਾਂ ਲੋਕ ਗਾਇਕਾਂ ਦੇ ਗਾਇਕਾਵਾਂ ਨੂੰ ਬਹੁਤ ਹੀ ਵਾਰੀ ਪਿੰਡਾਂ ਵਿੱਚ ਅਨਪੜ੍ਹ ਸ਼ਰਾਬੀ ਸਰੋਤਿਆਂ ਨਾਲ ਵੀ ਦੋ ਹੱਥ ਕਰਨੇ ਪੈ ਜਾਂਦੇ ਸਨ। ਅਜੋਕੇ ਗਾਇਕ ਤਾਂ ਆਪਣੇ ਪਾਸ ਰਿਵਾਲਵਰ ਰਾਈਫਲਾਂ ਰੱਖਣ ਲੱਗ ਪਏ ਸਨ, ਪਰੰਤੂ ਇਹ ਲੋਕ ਗਾਇਕ ਤਾਂ ਸਿਰਫ ਅੰਬੈਸਡਰ ਕਾਰ ਉੱਤੇ ਕੇਵਲ ਆਪਣੇ 2-4 ਸਜਿੰਦੇ ਲੈ ਕੇ ਹੀ ਪ੍ਰੋਗਰਾਮ ਪੇਸ਼ ਕਰਨ ਜਾਂਦੇ ਸਨ। ਉਦੋਂ ਸੰਚਾਰ ਦਾ ਇੰਨਾ ਸਾਧਨ ਵੀ ਨਹੀਂ ਹੁੰਦਾ ਸੀ ਔਰ ਵਿਕਸਿਤ ਵੀ ਨਹੀਂ ਹੋਏ ਸੀ। ਆਪਾਂ ਕਹੀਏ ਕਿ ਜੇ ਇੱਕ ਵਾਰ ਕਹਿੰਦੇ ਵੀ ਚਿੱਠੀ ਭੇਜ ਕੇ ਹੀ ਇਹਨਾਂ ਨੂੰ ਸੱਦਿਆ ਜਾਂਦਾ ਸੀ ਔਰ ਇਹਨਾਂ ਨਾਲ ਮਤਲਬ ਰਾਬਤਾ ਪੈਦਾ ਕੀਤਾ ਜਾਂਦਾ ਸੀ। ਇੱਕ ਵਾਰੀ ਦੀ ਗੱਲ ਹੈ ਕਿ ਉਸਤਾਦ ਜਿਹੜੇ ਜਮਲਾ ਜੱਟ ਹੈ, ਇਹਨਾਂ ਨੇ ਆਪਣੀ ਇੱਕ ਇੰਟਰਵਿਊ 'ਚ ਦੱਸਿਆ ਕਿ ਮੈਂ ਤਾਂ ਬਹੁਤੀ ਵਾਰੀ ਕਹਿੰਦਾ 5 ਪੈਸਿਆਂ ਦਾ ਇੱਕ ਪੋਸਟ ਕਾਰਡ ਪੜ੍ਹ ਕੇ ਅਤੇ ਤੁੰਬੀ ਚੁੱਕ ਕੇ ਪ੍ਰੋਗਰਾਮ ਪੇਸ਼ ਕਰਨ ਤੁਰ ਜਾਂਦਾ ਸੀ। ਮੈਨੂੰ ਪੰਚਾਇਤਾਂ ਪੋਸਟ ਕਾਰਡ ਲਿਖ ਕੇ ਸੱਦ ਲੈਂਦੀਆਂ ਸਨ। ਤਾਂ ਕਹਿੰਦਾ ਭਾਵ ਕਿ ਹੁਣ ਦੇ ਜਿਹੜੇ ਹੈਗੇ, ਹੁਣ ਤਾਂ ਬੜੇ ਮਾਡਰਨ ਹੈ, ਆਧੁਨਿਕ ਜ਼ਮਾਨਾ। ਹੁਣ ਦੇ ਜਿਹੜੇ ਗਾਇਕ ਹੈ ਵੱਡੀਆਂ ਵੱਡੀਆਂ ਗੱਡੀਆਂ ਰੱਖਦੇ ਨੇ, ਉਹਨਾਂ ਕੋਲ ਸਾਧਨ ਨੇ, ਟੈਲੀਫੋਨ ਦੇ ਸਾਧਨ ਨੇ, ਮੋਬਾਇਲ ਦਾ ਸਾਧਨ ਹੈ, ਸਾਰਾ ਕੁਛ ਹੈ, ਸਿੱਧਾ ਸੰਪਰਕ ਹੋ ਜਾਂਦਾ, ਸਕਿੰਟਾਂ 'ਚ ਪਹੁੰਚਦੇ ਨੇ, ਸ਼ਾਮ ਨੂੰ ਵਾਪਸ ਆ ਜਾਂਦੇ ਨੇ। ਉਦੋਂ ਲੋਕ ਗਾਇਕੀ ਦਾ ਅੱਜ ਵਾਂਗ ਮੰਡੀਕਰਨ ਵੀ ਹੈ ਨਹੀਂ ਸੀ, ਮਤਲਬ ਪਦਾਰਥਵਾਦੀ ਇੰਨੀ ਦੌੜ ਨਹੀਂ ਸੀ। ਬਹੁਤ ਘੱਟ ਪੈਸੇ ਲੈ ਕੇ ਹੀ ਕਲਾਕਾਰ ਆਉਂਦੇ ਸਨ ਅਤੇ ਸੰਗੀਤ ਹੁਣ ਫੈਸ਼ਨ ਦੇ ਸ਼ੌਂਕ ਦੇ ਨਾਲ ਵੱਡਾ ਕਿੱਤਾ ਵੀ ਬਣ ਗਿਆ ਹੋਇਆ ਹੈ। ਇੱਕ ਕਾਲੀ ਚਿੱਟੀ ਫਿਲਮ ਦੇ ਬਜਟ ਜਿੰਨਾ ਬਜਟ ਨਾਲ ਅਜੋਕੇ ਗਾਇਕ ਆਪਣਾ ਇੱਕ ਗੀਤ ਅਤੇ ਵੀਡੀਓ ਜਾਂ ਤਿਆਰ ਕਰਨ ਲੱਗ ਪਏ ਨੇ। ਸਭ ਕਾਸੇ ਜੇ ਕੰਪਿਊਟਰੀਕਰਨ ਹੋ ਗਿਆ ਹੋਇਆ ਅਤੇ ਗਾਇਕੀ ਸੁਣਨ ਵਾਲੀ ਸ਼ੈ ਘੱਟ ਅਤੇ ਦੇਖਣ ਵਾਲੀ ਬਹੁਤ ਹੀ ਜ਼ਿਆਦਾ ਰਹਿ ਗਈ ਹੈ। ਚਾਂਦੀ ਰਾਮ ਨੂੰ ਦੂਰਦਰਸ਼ਨ ਉੱਤੇ ਗਾਉਣ ਦਾ ਮੌਕਾ ਨਹੀਂ ਮਿਲਿਆ। ਉਸਤਾਦ ਜਮਲਾ ਜੱਟ ਅਤੇ ਸੁਰਿੰਦਰ ਕੌਰ ਨੇ ਰਿਕਾਰਡ ਕੀਤੇ ਹੋਏ ਅੱਜ ਵੀ ਬਹੁਤ ਸਾਰੇ ਗੀਤ ਸਾਂਭ ਕੇ ਰੱਖੇ ਗਏ ਨੇ। ਇਹ ਫਨਕਾਰ ਜਦੋਂ ਦੂਰਦਰਸ਼ਨ ਉੱਤੇ ਆਪਣੀ ਗਾਇਨ ਦੀ ਪੇਸ਼ਕਾਰੀ ਕਰਨ ਜਾਂਦੇ ਸਨ ਤਾਂ ਕਈ ਦਿਨ ਆਪਣੀ ਇਸ ਪ੍ਰਾਪਤੀ ਉੱਤੇ ਫੁੱਲੇ ਨਹੀਂ ਸਮਾਉਂਦੇ ਸਨ। ਸੁਰਿੰਦਰ ਕੌਰ ਅਨੁਸਾਰ, ਜਦ ਮੈਂ ਪਹਿਲੀ ਵਾਰੀ TV ਉੱਤੇ ਕਹਿੰਦੇ ਗਾਉਣ ਮੈਂ ਗਈ ਤਾਂ ਫਿਕਰ ਵਿੱਚ ਨੀਂਦ ਨਾ ਆਈ, ਪਰ ਜਦੋਂ ਮਤਲਬ ਕਿਵੇਂ ਹੋਏਗਾ ਫਿਰ ਜਦ ਕਹਿੰਦੇ ਮੈਂ ਗਾ ਆਈ ਸਾਂ ਅਤੇ ਇਸ ਕਰਕੇ ਨੀਂਦ ਨਹੀਂ ਆਈ ਅਤੇ ਬੜੀ ਮੈਂ ਆਪਣੇ ਆਪ ਨੂੰ TV 'ਤੇ ਦੇਖਿਆ ਅਤੇ ਬਹੁਤ ਉਹ ਫੁੱਲੀ ਨਹੀਂ ਸਮਾਈ, ਉਹਨੂੰ ਬੜੇ ਚਾਅ ਚੜ੍ਹ ਗਏ, ਫਿਰ ਤਾਂ ਨਹੀਂ ਨੀਂਦ ਆਈ। ਤਾਂ ਉਸਤਾਦ ਜਮਲਾ ਜੱਟ ਨੇ ਵੀ ਆਕਾਸ਼ਬਾਣੀ ਕੇਂਦਰ ਵਿੱਚ ਆਪਣੀ ਇੱਕ ਵਾਰੀ ਉਚੇਚੀ ਮੁਲਾਕਾਤ ਵਿੱਚ ਉਹਨਾਂ ਨੇ ਬੜੀ ਰੋਚਕ ਗੱਲ ਸੁਣਾਈ ਸੀ। ਉਹ ਕਹਿੰਦੇ ਬੜੇ ਸਾਲ ਤਾਂ ਪਹਿਲਾਂ ਮੈਂ ਡਰਦਾ ਹੀ ਰਿਹਾ ਕਿ ਮੈਂ ਗੀਤ ਭਰਵਾਉਣ ਗਿਆ ਤਾਂ ਉੱਥੇ ਜਿਹੜੀ ਮਸ਼ੀਨ ਹੈ ਮੇਰੀ ਆਵਾਜ਼ ਖਿੱਚ ਲਵੇਗੀ, ਮੇਰੀ ਮੌਤ ਹੋ ਜਾਵੇਗੀ। ਉੱਥੇ HMV ਦੇ ਸ਼੍ਰੀ ਸੰਤਰਾਮ ਇੰਜੀਨੀਅਰ ਸਨ। ਉਹਨਾਂ ਸਮਝਾਇਆ ਕਿ ਜਮਲਾ ਨਹੀਂ, ਇਹ ਤਾਂ ਤੇਰਾ ਵਹਿਮ ਹੈ, ਮਾਈਕ ਹੈ, ਇਹ ਤੇਰੀ ਆਵਾਜ਼ ਕਿੱਦਾਂ ਖਿੱਚ ਸਕਦਾ ਹੈ, ਕਿਸੇ ਨੇ ਤੈਨੂੰ ਗਲਤ ਜੱਜ ਦਿੱਤਾ ਹੈ। ਸ਼੍ਰੀ ਸੰਤਰਾਮ ਦੇ ਪ੍ਰੇਰਨਾ ਉੱਤੇ ਮੈਂ ਕਹਿੰਦੇ ਗੀਤ ਰਿਕਾਰਡ ਕਰਵਾਇਆ। ਫਿਰ ਉਸ ਤੋਂ ਬਾਅਦ
ਇਹ ਜਿਹੜੇ ਲੋਕ ਗਾਇਕਾਂ ਦੇ ਜੇ ਆਪਾਂ ਜੇ ਤੱਥਾਂ ਬਾਰੇ ਗੱਲ ਕਰੀਏ ਜਾਂ ਇਹਨਾਂ ਦੀਆਂ ਯਾਦਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੇ ਲੋਕ ਸੀ ਕਿ ਜਿਹੜੇ ਗਾਇਕ ਸੀ ਇਹ ਚਾਰੇ ਗਾਇਕ, ਜੇ ਆਪਾਂ ਜਮਲਾ ਜੱਟ ਦੀ ਗੱਲ ਕਰੀਏ, ਸਤਿੰਦਰ ਕੌਰ ਦੀ ਗੱਲ ਕਰਦੇ ਹਾਂ, ਜਾਂ ਚਾਂਦੀ ਰਾਮ ਜਾਂ ਸ਼ਾਂਤੀ ਦੇਵੀ ਦੀ, ਇਹ ਕਲਾਕਾਰ ਬੜੇ ਭੋਲੇ ਭਾਲੇ ਤੇ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਤੇ ਸਾਦੇ ਮੁਰਾਦੇ ਜੀਵਨ ਬਤੀਤ ਕਰਨ ਵਾਲੇ ਸਨ। ਉਸਤਾਦ ਜਮਲਾ ਜੱਟ ਨੇ ਬਹੁਤ ਸਫ਼ਰ ਜਿਹੜਾ ਰਿਕਸ਼ਾ, ਆਟੋ ਰਿਕਸ਼ਾ, ਰੇਲ, ਬੱਸਾਂ ਜਾਂ ਕੁਝ ਸਾਲ ਅੰਬੈਸਟਰ ਕਾਰਾਂ ਉੱਤੇ ਕੀਤਾ। ਉਹ ਕਚਹਿਰੀ ਜਾਣ ਲੱਗੇ ਵੀ ਸਿਰ ਤੇ ਸ਼ਮਲੇ ਵਾਲੀ ਪਗੜੀ ਬੰਨ੍ਹ ਕੇ ਜਾਂਦੇ ਤਾਂ ਲੋਕ ਦੂਰੋਂ ਪਛਾਣ ਕੇ ਸਤਿਕਾਰ ਦਿੰਦੇ ਸਨ। ਸੁਰਿੰਦਰ ਕੌਰ ਵੀ ਸ਼ਾਦੀ ਸ਼ਖਸੀਅਤ ਦੀ ਮਾਲਕਨ ਸੀ ਤੇ ਉਹ ਆਪਣੇ ਹਰੇਕ ਅਜ਼ੀਜ਼ ਨੂੰ ਬੱਚਿਆ ਕਹਿ ਕੇ ਪਿਆਰ ਦਿੰਦੀ ਸੀ। ਉਹ ਜਿਸ ਘਰ ਵਿੱਚ ਵੀ ਠਹਿਰਦੀ ਤਾਂ ਘਰ ਦੀਆਂ ਔਰਤਾਂ ਨਾਲ ਚੁੱਲ੍ਹੇ ਚੌਂਕੇ ਵਿੱਚ ਜਾ ਕੇ ਹੱਥ ਵਟਾਉਣ ਲੱਗਦੀ। ਚਾਂਦੀ ਰਾਮ ਨੂੰ ਪੇਂਡੂ ਜੀਵਨ ਬਹੁਤ ਮਤਲਬ ਬਹੁਤ ਜ਼ਿਆਦਾ ਪਸੰਦ ਸੀ। ਉਹ ਇੱਕ ਵਾਰੀ ਆਪਣੀ ਨਿਬੰਧ ਵਿੱਚ ਕਹਿੰਦੇ ਵੀ ਹੈ ਕਿ ਲੇਖਕ ਨੂੰ ਉਸਨੇ ਆਪਣੀ ਕਈ ਜਿਹੜੇ ਨਿਬੰਧਕਾਰ ਨੇ, ਨਿੰਦਰ ਘੁਮਾਣੀ, ਉਹਨਾਂ ਨੂੰ ਬਹੁਤ ਵਾਰੀ ਆਪਣੀ ਮੁਲਾਕਾਤਾਂ ਵਿੱਚ ਗੱਲਾਂ ਕਹੀਆਂ ਸੀ ਕਿ ਮੇਰਾ ਦਿਲ ਕਰਦਾ ਕਿ ਮੈਂ ਇੱਕ ਪਿੰਡ ਵਿੱਚ ਇੱਕ ਨਿੱਕਾ ਜਿਹਾ ਘਰ ਬਣਾ ਕੇ ਵਸਣਾ ਚਾਹੁੰਦਾ ਹਾਂ, ਪਰ ਹੁਣ ਕਰਾਂ ਕਿ ਮੈਂ ਹੁਣ ਉਜੜ ਚੁੱਕਾ ਹਾਂ। ਉਜੜੇ ਲੋਕ ਬਹੁਤ ਦੁਬਾਰਾ ਮੁਸ਼ਕਲ ਨਾਲ ਕਹਿੰਦੇ ਵਸਦੇ ਨੇ। ਤੇ ਚਾਂਦੀ ਰਾਮ ਕਹਿੰਦਾ ਹੁੰਦਾ ਸੀ ਕਿ ਮੈਨੂੰ ਪਿੰਡ ਦੀ ਸੱਥ, ਪਿੰਡ ਦੇ ਵਿਹੜੇ, ਪੱਥਕਵਾਲ, ਗਹਿਰੇ ਦਰਖਤ, ਕੱਚੇ ਘਰ, ਸ਼ਾਦੇ ਮੁਰਾਦੇ ਲੋਕ ਬਹੁਤ ਚੰਗੇ ਲੱਗਦੇ ਨੇ। ਇਹ ਫਨਕਾਰ ਲੋਕਾਂ ਦੇ ਕਲਾਕਾਰ ਸਨ, ਲੋਕਾਂ ਵਿੱਚ ਜਿਉਂਦੇ ਸਨ, ਲੋਕਾਂ ਲਈ ਗਾਉਂਦੇ ਸਨ। ਇਸੇ ਕਾਰਨ ਇਹਨਾਂ ਦੇ ਗਾਏ ਗੀਤ ਅੱਜ ਵੀ ਜਿੰਦਾ ਹਨ ਤੇ ਸਦਾ ਬਹਾਰ ਲੱਗਦੇ ਹਨ। ਇਹ ਫਨਕਾਰ ਪੰਜਾਬ ਦੀ ਲੋਕ ਗਾਇਕੀ ਦੇ ਚਾਰ ਥੰਮ ਸਨ। ਤਾਂ ਕਹਿਣ ਦਾ ਭਾਵ ਅੱਜ ਵੀ ਲੋਕ ਗਾਇਕੀ ਜਿਹੜੀ ਹੁਣ ਚੱਲਦੀ ਹੈ, ਅੱਜ ਵੀ ਇਹਨਾਂ ਨੂੰ ਯਾਦ ਕੀਤਾ ਜਾਂਦਾ, ਸੁਣਿਆ ਜਾਂਦਾ ਹੈ। ਬਹੁਤੇ ਜਿਹੜੇ ਵਡੇਰੀ ਉਮਰ ਦੇ ਨੇ, ਹੁਣ ਦਾ ਨੌਜਵਾਨ ਪੀੜ੍ਹੀ ਤਾਂ ਥੋੜ੍ਹੀ ਹੋਰ ਪਾਸੇ ਮਤਲਬ ਚਲੀ ਗਈ ਹੈ। ਇਹਨਾਂ ਨੂੰ ਸੁਣਨ ਵਾਲਾ ਹਜੇ ਵੀ ਆਪਣੀ ਉਹ ਯਾਦਾਂ ਤਰੋਤਾਜ਼ੀਆਂ ਕਰਦੇ ਨੇ। ਤਾਂ ਸੋ ਜੋ ਇਹਦੇ ਵਿੱਚ ਲੇਖਕ ਇਹੀ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਲੋਕ ਗਾਇਕੀ ਹੈ, ਜਿਹੜੀ ਗਾਇਕ ਹੈ, ਜਿਹੜਾ ਕੋਈ ਕਲਾਕਾਰ ਹੈ, ਜਿਹੜਾ ਗਾਇਕ, ਉਹ ਕਿਸ ਤਰ੍ਹਾਂ ਇੱਕ ਤਾਂ ਸਰੋਤਿਆਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ, ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ, ਉਹਨਾਂ ਨੂੰ ਧਾਰਮਿਕ, ਸਮਾਜਿਕ ਜਾਂ ਕਿ ਰੋਮਾਂਟਿਕ ਪੱਖ ਤੋਂ ਜਾਂ ਉਹਨਾਂ ਦਾ ਜਾਂ ਧਾਰਮਿਕ ਪੱਖ ਤੋਂ ਕਿਸ ਤਰ੍ਹਾਂ ਉਹਨਾਂ ਦਾ ਉਹ ਸਹੀ ਇੱਕ ਦਿਸ਼ਾ ਦਿੰਦੇ ਸੀ। ਦੂਸਰਾ, ਉਹਨਾਂ ਦੀ ਇੱਕ ਜਿਵੇਂ ਮਨ ਦੀ ਕੋਈ ਆਸ ਜਾਂ ਪੱਧਰ ਜਾਂ ਕੋਈ ਇੱਕ ਤਰੰਗ ਜਿਹੜੀ ਸੀ ਉਹਨੂੰ ਉਹ ਪੂਰੀ ਕਰਦੇ ਸਨ। ਤਾਂ ਕਿਸ ਤਰੀਕੇ ਦੇ ਨਾਲ ਉਹ ਲੋਕ ਚੰਗੇ ਲੱਗਦੇ ਸਨ। ਅੱਜ ਦੇ ਜਿਹੜੇ ਜਿਹੜੇ ਵੀ ਅੱਜ ਦੀ ਵੱਡੀਆਂ ਬੀਪਸ ਜਾਂ ਵੱਡੀਆਂ ਆਵਾਜ਼ਾਂ ਜਾਂ ਇੰਨਾ ਸਾਜੋ ਮਸ਼ਾਨ ਧੂਮ ਧੜੱਕੇ ਨਾਲੋਂ ਬਚ ਕੇ ਇੱਕ ਆਰਾਮ ਨਾਲ ਉਹ ਸੁਣਦੇ ਸੀ ਤਾਂ ਜ਼ਿੰਦਗੀ ਦੇ ਵਿੱਚ ਤਰੰਗ ਭਰ ਦਿੰਦਾ ਸੀ। ਉਹ ਦੂਸਰੀ ਚੀਜ਼, ਇਹ ਜਿਹੜੇ ਆਪਣੇ ਆਪ ਵਿੱਚ ਜਿਹੜੇ ਭੂਤਕਾਲ ਦੇ ਜਿੰਨੇ ਇਹ ਲੋਕ ਗਾਇਕ ਸੀ ਅਤੇ ਅੱਜ ਦੇ ਗਾਇਕਾਂ ਦੇ ਵਿੱਚ ਇੱਕ ਇਹ ਵੀ ਆਪਣੇ ਅੱਗੇ ਪ੍ਰਸ਼ਨ ਖੜਾ ਕਰਦੇ ਨੇ ਨਿਬੰਧਕਾਰ, ਕਿ ਤੁਸੀਂ ਮਹਿਸੂਸ ਕਰੋ ਕਿ ਅੱਜ ਦਾ ਅਤੇ ਪੁਰਾਣਿਆਂ ਨਾਲੋਂ ਕੀ ਫ਼ਰਕ ਸੀਗਾ। ਤਾਂ ਦੂਸਰੀ ਚੀਜ਼ ਹੈ ਕਿ ਉਹਨਾਂ ਵਿੱਚ ਬੜਾ ਪਿਆਰ ਸੀ, ਸਦਭਾਵਨਾ ਸੀ, ਮਤਲਬ ਨਿਰਛਲ ਇੱਛਾਵਾਂ ਅਤੇ ਨੇਕ ਇਨਸਾਨ ਉਹਨਾਂ ਨੂੰ ਕਿਹਾ ਜਾਂਦਾ ਸੀ। ਤਾਂ ਸੋ ਇੱਕ ਇਸ ਚੀਜ਼ ਬਾਰੇ ਵੀ ਉਹ ਦੱਸਦੇ ਨੇ ਕਿ ਹੁਣ ਦੇ ਸਮਾਜ ਦਾ ਅਤੇ ਉਦੋਂ ਦੇ ਸਮਾਜ ਦੇ ਵਿੱਚ ਕਿੰਨਾ ਫ਼ਰਕ ਸੀ, ਹੁਣ ਦੇ ਸਰੋਤਿਆਂ ਦਾ ਕਿੰਨਾ ਫ਼ਰਕ ਸੀ, ਕਮਿਊਨੀਕੇਸ਼ਨ ਪੱਖ ਤੋਂ ਕਿੰਨਾ ਗੈਪ ਆ ਗਿਆ, ਕਿਸ ਤਰ੍ਹਾਂ ਹੋਇਆ। ਤਾਂ ਸੋ ਕੁੱਲ ਮਿਲਾ ਕੇ ਇੱਕ ਤਾਂ ਆਪਾਂ ਨੂੰ ਉਹ ਲੋਕ ਗਾਇਕੀ ਬਾਰੇ ਦੱਸਦੇ ਨੇ, ਦੂਸਰਾ ਅੱਜ ਦੇ ਉਹਦੇ ਬਾਰੇ ਦੱਸਦੇ ਨੇ, ਤੀਸਰੀ ਚੀਜ਼ ਆਪਾਂ ਨੂੰ ਇਹ ਵੀ ਦੱਸਦੇ ਨੇ ਕਿ ਕਿਸ ਤਰ੍ਹਾਂ ਉਹ ਪੰਜਾਬੀ ਭਾਸ਼ਾ ਦੇ ਜਾਂ ਪੰਜਾਬ ਦੇ ਨਾਲ ਜੁੜੇ ਸੀ, ਧੁਰ ਅੰਦਰ ਤੋਂ ਜੁੜੇ ਸੀ। ਤਾਂ ਕਿੰਨਾ ਕੁ ਉਹਨਾਂ ਨੇ ਪੰਜਾਬ ਨੂੰ ਜੋ ਮਤਲਬ ਵੀ ਸੇਵਾ ਦਿੱਤੀ ਹੈ, ਚਾਹੇ ਉਹ ਵਿਆਹਾਂ ਨਾਲ ਸੰਬੰਧਿਤ ਸੀ, ਹਰ ਥਾਂ 'ਤੇ ਜਿਵੇਂ ਉਹਨੇ ਕਿਹਾ ਵੀ ਗੀਤ ਗਾਏ ਜਾਂਦੇ ਸੀ ਵਿਆਹਾਂ ਦੇ ਸਮੇਂ, ਜਾਂ ਆਪਾਂ ਕਹਿ ਲਈਏ ਮਰਨ ਦੇ ਸਮੇਂ ਵੀ ਬਹੁਤੇ ਸਾਰੇ ਜਿਹੜੇ ਸਪੀਕਰ ਲਾ ਕੇ ਉਹਨਾਂ ਦਾ ਭੋਗ ਪਾਏ ਜਾਂਦੇ, ਉੱਥੇ ਗੀਤ ਗਾਏ ਜਾਂਦੇ ਸੀ, ਧਾਰਮਿਕ ਪੱਧਰ ਦੇ ਗੀਤ। ਤਾਂ ਸੋ ਕਾਫੀ ਇਸ ਚੀਜ਼ ਦਾ ਜੇ ਕਹੀਏ ਵੀ ਆਪਾਂ ਬਹੁਤ ਵੱਡੀ ਬੰਦੇ ਫਨਕਾਰ ਜਿਹੜੇ ਸੀ ਪੰਜਾਬੀ ਦੇ ਲੋਕ ਗਾਇਕ, ਰੇਡੀਓ ਰਾਹੀਂ, TV ਰਾਹੀਂ ਸਰੋਤਿਆਂ ਨੂੰ ਹਮੇਸ਼ਾ ਕੀਲ ਲੈਂਦੇ ਸੀ ਅਤੇ ਆਪਣੇ ਮਨ ਦੀ ਜਿਹੜੀਆਂ ਭਾਵਨਾਵਾਂ, ਉਹਨਾਂ ਦੀਆਂ ਭਾਵਨਾਵਾਂ ਇੰਝ ਲੱਗਦਾ ਸੀ ਜਿਵੇਂ ਸਾਡੀਆਂ ਹੀ ਮਨ ਦੀਆਂ ਭਾਵਨਾ ਬੋਲ ਰਹੇ ਸੀ। ਤਾਂ ਸੋ ਅੱਜ ਦੇ ਲਈ ਇਹੀ ਕਿ ਆਪਣਾ ਜਿਹੜਾ ਇਹ ਸੀ ਲੋਕ ਗਾਇਕੀ ਦੇ ਚਾਰ ਥੰਮ, ਅੱਜ ਦਾ ਇਹੀ ਟੌਪਿਕ ਹੈ। ਇਸ ਨੂੰ ਵਾਰ-ਵਾਰ ਸੁਣੋ, ਯਾਦ ਕਰੋ, ਔਰ ਇਹਦਾ ਅੱਗੇ ਫਿਰ ਆਪਾਂ ਇਹਦੇ ਪ੍ਰਸ਼ਨਾਂ ਬਾਰੇ ਗੱਲ ਕਰਾਂਗੇ, ਔਰ ਜੋ ਇਹਦੇ ਛੋਟੇ ਪ੍ਰਸ਼ਨ ਨੇ ਉਹਦਾ ਆਪਾਂ ਟੈਸਟ ਗੂਗਲ ਕਲਾਸਰੂਮ 'ਤੇ ਪਾਵਾਂਗੇ। ਇਹਨੂੰ ਬਸ ਮੇਰੀ ਇਹੀ ਬੇਨਤੀ ਆਪ ਸਭ ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਦੋਸਤਾਂ ਨੂੰ ਕਿ ਇਸ ਨੂੰ ਸੁਣੋ ਔਰ ਅਭਿਆਸ ਕਰੋ ਤਾਂ ਜੋ ਕਿ ਪੇਪਰ ਦੇ ਆਪਾਂ ਪੱਖ ਤੋਂ ਪੂਰੀ ਤਰ੍ਹਾਂ ਤਿਆਰ ਹੋ ਜਾਈਏ। ਧੰਨਵਾਦ ਜੀ।